ਬਾਪੂ ਜੀ ਤੁਹਾਡਾ ਬਿਜਲੀ ਦਾ ਬਿੱਲ ਆਇਆ ਜੀ, ਫੜ ਲਓ। ਆ ਗਏ ਜੀ। ਲਿਆ ਪੁੱਤਰਾ ਫੜਾ ਬਿੱਲ। ਕੀ ਨਾਂ ਤੇ ਬਿੱਲ ਆ ਜੀ? ਨੀਲਾ ਸਿੰਘ ਦੇ ਨਾਂ ਤੇ। ਉਹ ਆ ਮੁੰਡੇ ਨੂੰ ਫੜਾ ਦੇਣਾ, ਘਰ ਦੀ ਕਬੀਲਦਾਰੀ ਸਾਰੇ ਉਹਦੇ ਸਿਰ ਤੇ, ਆਪੇ ਭਰ ਆਊਗਾ ਉਹ। ਲੈ ਪੁੱਤਰਾ ਬਿੱਲ ਆਇਆ, ਬਿੱਲ ਭਰ ਆਈ ਚੰਗਾ ਜਾ ਕੇ। ਕੋਈ ਨਾ ਬਾਪੂ, ਭਰ ਆਉਂਗਾ। ਹਾਂ। ਬਾਕੀ ਮੈਂ ਕੰਮ ਤੋਂ ਲੇਟ ਹੋਈ ਜਾਂਦਾ, ਮੈਂ ਚੱਲਿਆ ਕੰਮ ਤੇ। ਚੰਗਾ ਚੰਗਾ। ਹੋਰ ਕਿਵੇਂ ਚੱਲਦੀ ਆ ਵੀ ਕਬੀਲਦਾਰੀ ਮਿੱਠੂ ਸਿੰਘ? ਬਸ ਵਾਹਿਗੁਰੂ ਦੀ ਕਿਰਪਾ ਗਈ। ਸਰਦਾਰ ਦੀ ਕੋਠੀ ਦਾ ਕੰਮ ਚੱਲ ਰਿਹਾ, 2 ਮਹੀਨੇ ਉਹਦੇ ਤੇ ਲੰਘ ਜਾਣਗੇ। ਇਹ ਤਾਂ ਵਧੀਆ ਗੱਲ ਆ। ਨਾਲੇ ਤਾਂ ਬੱਚੇ ਪਾਸ ਹੋ ਗਏ, ਫੀਸ ਫੂਸ ਭਰ ਦਿਆਂਗੇ। ਪਹਿਲਾਂ ਆਇਆ ਪਿਆ ਬਿੱਲ ਭਰ ਦਿਆਂਗੇ ਨਾਲੇ, ਤੇ ਨਾਲੇ ਮਹੀਨੇ ਨੂੰ ਕਣਕ ਦੀ ਵਾਢੀ ਸ਼ੁਰੂ ਹੋ ਜੂਗੀ। ਐਤਕੀ ਸਮਾਂ ਵਧੀਆ ਲੰਘੂਗਾ ਆਪਣਾ, ਵਧੀਆ ਗੁਜ਼ਾਰਾ ਹੋ ਜੂਗਾ ਐਤਕੀ। ਚੱਲ ਆ ਜਾ, ਲੇਟ ਹੋਈ ਜਾਂਦੇ ਆਪਾਂ। ਚੰਗਾ ਸਰਦਾਰ ਜੀ, ਚੱਲਦੇ ਆਂ ਅਸੀਂ। ਜਾਨੇ ਹੋ ਗਿਆ ਟਾਈਮ ਤੁਹਾਡਾ? ਹਾਂ ਜੀ, ਟਾਈਮ ਹੋ ਗਿਆ। ਪੈਸੇ ਲੈ ਕੇ ਕਰਾ ਦੇ। 313। ਠੀਕ ਹੈ ਜੀ। ਠੀਕ ਹੈ ਜੀ। ਅੱਜ ਖਬਰਾਂ 'ਚ ਸੁਣਿਆ ਕਹਿੰਦੇ ਪੂਰਾ ਭਾਰਤ ਬੰਦ ਹੋ ਗਿਆ, ਪੂਰੇ ਭਾਰਤ 'ਚ ਲਾਕਡਾਊਨ ਹੋ ਗਿਆ ਤੇ ਪੂਰਾ ਭਾਰਤ ਬੰਦ ਹੈ ਇੱਕ ਦਿਨ ਲਈ, ਕੱਲ ਲਈ। ਅੱਛਾ ਜੀ, ਇਹ ਕੀ ਹੋ ਗਿਆ ਸਰਦਾਰ ਜੀ? ਮੁੰਡਿਓ, ਸੰਸਾਰ 'ਚ ਇੱਕ ਬਿਮਾਰੀ ਚੱਲੀ ਹੈ ਕਰੋਨਾ ਨਾਂ ਦੀ, ਜਿਹੜੀ ਕਈ ਦੇਸ਼ਾਂ ਨੂੰ ਲਪੇਟ 'ਚ ਲੈ ਚੁੱਕੀ ਹੈ। ਇਸ ਕਰਕੇ ਕੁਝ ਮਰੀਜ਼ ਆਪਣੇ ਭਾਰਤ 'ਚ ਵੀ ਆ ਰਹੇ ਨੇ। ਇਸ ਕਰਕੇ ਆਪਣੇ ਭਾਰਤ 'ਚ ਇੱਕ ਦਿਨ ਲਈ ਲਾਕਡਾਊਨ ਕੀਤਾ ਗਿਆ, ਭਾਰਤ ਅੱਜ ਬੰਦ ਕਰ ਦਿੱਤਾ ਗਿਆ ਅਗਲੇ ਦਿਨ ਲਈ। ਇਸ ਕਰਕੇ ਤੁਸੀਂ ਆਪਣੇ ਘਰੋਂ ਘਰ ਹੀ ਰਹਿਣਾ ਇੱਕ ਦਿਨ। ਠੀਕ ਹੈ ਜੀ। ਸਰਦਾਰ ਜੀ ਫਿਰ ਪਰਸੋਂ ਦਾ ਕੰਮ ਤੇ ਆ ਜੀ। ਹਾਂ ਹਾਂ ਮੁੰਡਿਓ, ਪਰਸੋਂ ਨੂੰ ਕੰਮ ਤੇ ਆ ਜੀ। ਚੰਗਾ ਸਰਦਾਰ ਜੀ, ਸਤਿ ਸ੍ਰੀ ਅਕਾਲ ਜੀ, ਚੱਲਦੇ ਠੀਕ ਹੈ ਆਂ। ਠੀਕ ਹੈ। ਰਾਮ ਰਾਮ ਲਾਲਾ ਜੀ। ਰਾਮ ਰਾਮ ਭਾਈ ਮਿੱਠੂ ਸ਼ਾਹ, ਕਿਵੇਂ ਆਏ ਸੀ? ਘਰ ਦਾ ਰਾਸ਼ਨ ਪਾਣੀ ਲੈਣ ਆਏ ਸੀਗੇ ਜੀ। ਅੱਛਾ, ਕੀ ਕੁਛ ਚਾਹੀਦਾ ਆਪਾਂ ਨੂੰ? ਬਸ ਚਾਹ ਪਾ ਦਿਓ, ਖੰਡ ਪਾ ਦਿਓ ਜੀ। ਅੱਛਾ, ਹਾਂ, ਕੁਝ ਜਵਾਕਾਂ ਨੂੰ ਖਾਣ ਨੂੰ ਦੇ ਦਿਓ। ਕੋਈ ਨਹੀਂ, ਬੈਠੋ 5 ਮਿੰਟ, ਮੈਂ ਪਾ ਦੇਣਾ ਸੌਦਾ। ਲੈ ਭਾਈ ਮਿੱਠੂ ਸ਼ਾਹ ਤੇਰਾ ਸਮਾਨ। ਕਿੰਨੇ ਪੈਸੇ ਹੋ ਗਏ ਸੇਠ ਜੀ? ਇਹ ਆਪਣਾ 300 ਰੁਪਇਆ ਹੋ ਗਿਆ ਭਾਈ। ਲਓ ਜੀ। ਠੀਕ ਹੈ ਭਾਈ, 300 ਰੁਪਇਆ ਆ ਗਿਆ। ਤੇ ਇੱਕ ਮਿੰਟ ਗੱਲ ਸੁਣ ਕੇ ਜਾਇਓ ਮਿੱਠੂ ਸ਼ਾਹ। ਹਾਂਜੀ ਸੇਠ ਜੀ। ਹਾਂ, ਦੇਖ ਭਾਈ ਮਿੱਠੂ ਸ਼ਾਹ, ਹਾਂਜੀ ਤੂੰ 12000 ਰੁਪਇਆ ਲੈਤਾ ਸੀ ਮੈਥੋਂ 6 ਮਹੀਨੇ ਪਹਿਲਾਂ ਹਾਂਜੀ ਕੁੜੀ ਦੇ ਵਿਆਹ ਵਾਸਤੇ। ਹਾਂਜੀ ਹਾਂਜੀ। ਦੇਖ, ਉਦੋਂ ਮੈਂ ਤੇਰੀ ਮਦਦ ਕੀਤੀ, ਠੀਕ ਹੈ ਜੀ। ਮੰਨਦਾ ਗੱਲ ਏ, ਪਰ ਹੁਣ ਉਹ ਪੈਸਿਆਂ ਦਾ 15000 ਰੁਪਇਆ ਬਣ ਗਿਆ ਵਿਆਜ ਲਾ ਕੇ। ਠੀਕ ਹੈ ਜੀ। ਹੁਣ ਦੇਖ, ਸਾਨੂੰ ਵੀ ਲੋੜ ਰਹਿੰਦੀ ਹੈ, ਦੁਕਾਨ ਤੇ ਸਮਾਨ ਲਿਆਉਣਾ ਹੁੰਦਾ, ਤੇ ਮੈਂ ਕਹਿੰਦਾ ਵੀ ਜੇ ਉਹ ਪੈਸੇ ਤੂੰ ਮੋੜ ਦਿੰਦਾ ਤਾਂ ਨਾਲੇ ਤੇਰਾ ਵਿਆਜ ਪੈਣਾ ਬੰਦ ਹੋ ਜਾਂਦਾ, ਨਾਲੇ ਮੇਰਾ ਸਰਕਲ ਸੈੱਟ ਹੋ ਜਾਂਦਾ ਭਾਈ। ਕੋਈ ਗੱਲ ਨਹੀਂ ਸੇਠ ਜੀ, ਬਸ 10 ਕੁ ਦਿਨਾਂ ਦਾ ਟਾਈਮ ਦੇ ਦਿਓ ਮੈਨੂੰ ਜੀ। ਸਰਦਾਰ ਦੀ ਨਾ ਕੋਠੀ ਦਾ ਕੰਮ ਚੱਲ ਰਿਹਾ ਜੀ। ਸਰਦਾਰ ਸਾਡਾ ਬਹੁਤ ਵਧੀਆ ਬੰਦਾ ਹੈਗਾ। ਠੀਕ ਹੈ, ਉਹ ਆਖਿਆ ਨਹੀਂ ਮੋੜਦਾ ਕਿਸੇ ਦਾ ਵੀ ਉਹਨੂੰ ਮੈਂ ਪੈਸੇ ਲੈ ਕੇ ਉਹਦੋਂ ਤੁਹਾਡੇ ਮੈਂ ਸਾਰੇ ਪੈਸੇ ਮੋੜ ਦੂੰ। 10 ਕੁ ਦਿਨਾਂ ਦਾ ਟਾਈਮ ਦੇ ਦਿਓ ਜੀ। ਠੀਕ ਹੈ। ਪਰ ਐ ਨਾ ਭਾਈ, ਸਾਨੂੰ ਵੀ ਬਾਹਲੀ ਸਖਤ ਲੋੜ ਪਈ ਹੈ। ਹੁਣ ਅਸੀਂ ਸੌਦਾ ਪਾਉਣਾ ਦੁਕਾਨ 'ਚ। ਕੋਈ ਗੱਲ ਨਹੀਂ ਸੇਠ ਜੀ, ਮੋੜ ਦਿਆਂਗੇ। ਜੇ ਹੁਣ ਅਸੀਂ ਐਂ ਨਾ ਲੈਤੇ ਲੋਕਾਂ ਤੋਂ ਪੈਸੇ, ਫਿਰ ਸਾਡੇ ਸਾਰੇ ਪੈਸੇ ਡੁੱਬ ਜਾਣਗੇ।
ਕੋਈ ਗੱਲ ਨਹੀਂ ਸੇਠ ਜੀ, ਬਸ 10 ਦਿਨਾਂ ਦਾ ਟਾਈਮ ਦੇ ਦਿਓ ਜੀ। 10 ਦਿਨਾਂ ਨੂੰ ਮੋੜ ਦਿਓ, ਥੋੜੀ ਪੰਜੀ ਲਾ ਦੂੰਗਾ ਸਾਰੀ। ਚਲੋ ਭਾਈ ਦੇਖ ਲੈਨੇ ਆ, 10 ਦਿਨ ਵੀ ਆ ਜਾਣਗੇ, ਕੋਈ ਗੱਲ ਨਹੀਂ। ਠੀਕ ਹੈ ਸੇਠ। ਮੋੜਦੇ ਆ ਕਿ ਨਹੀਂ ਤੁਸੀਂ? ਰਾਮ ਰਾਮ ਸੇਠ ਜੀ। ਠੀਕ ਹੈ ਭਾਈ। ਹੋਰ ਮਿੱਠੂ ਸਿਆ ਕੱਲ ਦਾ ਦਿਨ ਕਿਵੇਂ ਲੰਘਿਆ? ਉਹ ਕਾਹਦਾ ਨੰਗਿਆ ਭਰਾਵਾ, ਕੰਮ ਵਾਲੇ ਬੰਦਿਆਂ ਨੂੰ ਤਾਂ ਵਿਹਲਾ ਰਹਿਣਾ ਘਰੇ ਬੜਾ ਔਖਾ ਹੋ ਸਹੀ ਜਾਂਦਾ। ਗੱਲ ਆ ਬਈ। ਹੋਰ ਲਾਣੇਦਾਰਨੀ ਦੇ ਬੱਚੇ ਕਿਵੇਂ ਆ? ਬਾਕੀ ਤਾਂ ਸਭ ਕੁਝ ਠੀਕ ਹੈ ਯਾਰ। ਉਹਨਾਂ ਲਾਣੇਦਾਰਨੀ ਕੋਲੇ ਬੱਚਾ ਹੋਣ ਵਾਲਾਗਾ, ਤੇ ਬਾਕੀ ਦਿਹਾੜੀ ਤੋਂ ਜਾ ਕੇ ਸਾਰਾ ਕੰਮ ਯਾਰ ਘਰ ਦਾ ਮੈਨੂੰ ਹੀ ਕਰਨਾ ਪੈਂਦਾ। ਇਹਦਾ ਔਖੀ ਆ ਬਈ ਕੰਮ। ਹਾਂ ਬਾਈ, ਸਰੀਰ ਟੁੱਟ ਜਾਂਦਾ ਯਾਰ। ਨਾਲ ਤਾਂ ਸਾਰਾ ਮਾਲ ਡੰਗਰ ਪਸ਼ੂ ਆਪ ਨੂੰ ਸਾਂਭਣਾ ਪੈਂਦਾਗਾ ਜਾ ਕੇ, ਨਾਲੇ ਬੱਚਿਆਂ ਦੇ ਲੀੜੇ ਕੱਪੜੇ ਹੱਥ ਨੇ ਸਾਰੇ ਮੈਨੂੰ ਜਾ ਕੇ ਧੋਣੇ ਪੈਂਦੇ ਹੈਗੇ। ਬਾਈ ਤੂੰ ਫਿਰ ਭਾਬੀ ਨੂੰ ਉਹਦੇ ਪੇਕੇ ਛੱਡਿਆ, ਜਾਂ ਫਿਰ ਬੱਚਿਆਂ ਦੀ ਭੂਆ ਨੂੰ ਬੁਲਾ ਲਾ 10 ਦਿਨਾਂ ਲਈ, ਨਾਲੇ ਚੁੱਲ੍ਹਾ ਚੌਂਕਾ ਸਾਂਭ ਲੂ, ਨਾਲੇ 4 ਦਿਨ ਬੱਚਿਆਂ ਦਾ ਜੀ ਲੱਗਿਆ ਰਹੂਗਾ। ਹਾਂ ਬਾਈ, ਇਹੀ ਮੈਂ ਸੋਚਦਾ ਸੀਗਾ ਵੀ ਯਾਰ 4 ਦਿਨ ਸੌਖੇ ਲੱਗ ਜਾਣਗੇ। ਬਸ ਸਹੀ ਗੱਲ ਆ ਬਾਈ। ਆ ਸਰਦਾਰ ਦਿੰਦੇ ਨਹੀਂ ਕਿਸੇ ਪਾਸੇ, ਕਿਤੇ ਗਿਆ ਕੋਈ ਤਾਂ ਨਹੀਂ? ਉਹ ਗਿਆ ਤਾਂ ਕਿੱਥੇ ਹੋਣਾਗਾ, ਘਰ ਕੰਨੀ ਦੇਖ ਹੋਣਾ। ਚੱਲ ਦੇਖਿਆ ਹੋਣੇ। ਸਰਦਾਰ ਜੀ ਕਰੀ ਹਾਂ। ਹਾਂ ਲੰਘਿਓ ਲੰਘਿਓ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਕਿਵੇਂ ਭਾਈ ਮਿੱਠੂ? ਠੀਕ ਹੈ ਸਰਦਾਰ ਜੀ, ਲਿਆਓ ਚਾਹ ਜੀ, ਲੇਟ ਆ ਗਈ ਤੇ ਕੰਮ ਸ਼ੁਰੂ ਕਰ ਗਈ। ਤੁਹਾਨੂੰ ਰਾਤ ਠੇਕੇਦਾਰ ਨੇ ਫੋਨ ਨਹੀਂ ਕਰਿਆ? ਨਾ ਜੀ, ਸਾਨੂੰ ਤਾਂ ਠੇਕੇਦਾਰ ਨੇ ਕਰਿਆ ਨਹੀਂ ਫੋਨ। ਕਿਵੇਂ ਸੀ? ਰਾਤ ਵੀ ਟੀਵੀ 'ਚ ਖਬਰਾਂ ਵੀ ਨਹੀਂ ਸੁਣੀਆਂ? ਨਾ ਜੀ, ਟੀਵੀ ਦੀਆਂ ਖਬਰਾਂ ਦਾ ਟਾਈਮ ਸਾਡੇ ਕੋਲ ਕਿੱਥੇ ਜੀ, ਨਾਲੇ ਸਾਡੇ ਕੋਲੇ ਕਿਹੜਾ ਕੋਈ ਸਾਧਨ ਹੈ ਜੀ। ਅਸੀਂ ਤਾਂ ਬਸ ਥੱਕ ਹਾਰ ਕੇ ਜਾ ਕੇ ਟਾਈਮ ਨਾਲ ਪੈ ਜਾਈਦਾ ਜੀ। ਮੈਂ ਦੱਸਦਾ ਤੁਹਾਨੂੰ, ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੇ 21 ਦਿਨ ਦਾ ਕਰਫਿਊ ਜਾਰੀ ਕੀਤਾ ਹੈ। ਅੱਛਾ ਸਰਦਾਰ ਜੀ। ਬਿਮਾਰੀ ਨੂੰ ਵੱਧਦੀ ਦੇਖ ਕੇ ਬੰਦ ਦਾ ਹੀ ਫੈਸਲਾ ਕੀਤਾ ਹੈ। ਤੇ ਗਰੀਬ ਬੰਦੇ ਦਾ ਕੀ ਬਣੂਗਾ ਸਰਦਾਰ ਜੀ? ਇਸ ਤਾਂ ਇੱਕ ਦਿਨ ਚ ਉਹੀ ਕਮਾਉਣਾ ਹੁੰਦਾਗਾ, ਉਹੀ ਸ਼ਾਮ ਨੂੰ ਕਬੀਲਦਾਰੀ ਚ ਖਰਚ ਹੋ ਜਾਂਦਾ ਜੀ। ਸਰਕਾਰ ਨੂੰ ਤਾਂ ਕੀ ਫਰਕ ਪੈਂਦਾ ਜੀ, ਗਰੀਬਾਂ ਦਾ ਔਖਾ ਹੈ। ਹਾਂ ਭਾਈ ਗੇਲਿਆ, ਔਖਾ ਆਖਿਆ ਬੜਾ ਆਖਿਆ। ਸਿਰ ਤੇ ਕਣਕ ਦੀ ਪੱਕੀ ਫਸਲ ਖੜੀ ਹੈ, ਨਾਲੇ ਹੁਣ ਆਪਾਂ ਕੋਠੀ ਦਾ ਕੰਮ ਵੀ ਕਣਕ ਦੀ ਵਾਢੀ ਤੋਂ ਬਾਅਦ ਹੀ ਕਰਾਂਗੇ, ਤੇ ਨਾਲੇ 4 ਰੁਪਏ ਆ ਜਾਣਗੇ ਹੱਥ 'ਚ। ਤਾਂ ਹੁਣ ਸਰਦਾਰ ਜੀ ਹੁਣ ਕੀ ਆ, ਆਪਦੇ ਘਰੋਂ ਘਰੀ ਜਾਓ, ਘਰੇ ਆਪਦੇ ਬੱਚਿਆਂ ਦਾ ਧਿਆਨ ਰੱਖੋ, ਤੇ ਨਾ ਬਾਹਰ ਨਿਕਲੋ ਤੇ ਨਾ ਬੱਚਿਆਂ ਨੂੰ ਨਿਕਲਣ ਦਿਓ। ਇਸੇ ਦੀ ਸਭ ਦੀ ਭਲਾਈ ਹੈ। ਠੀਕ ਹੈ ਜੀ। ਚੰਗਾ ਸਰਦਾਰ ਜੀ, ਸਤਿ ਸ੍ਰੀ ਅਕਾਲ ਜੀ। ਚੰਗਾ ਵੀ ਗੇਲਾ ਸਿਆ, ਚੱਲਦੇ ਆਂਗੇ ਫਿਰ। ਬਾਕੀ ਮੈਂ ਲਾਲੇ ਦੀ ਹੱਟੀ ਦੇਖਦਾ ਯਾਰ, ਜੇ ਖੁੱਲੀ ਹੋਈ ਤਾਂ ਉਦੋਂ ਘਰ ਦਾ ਰਾਸ਼ਨ ਪਾਣੀ ਲੈ ਜਾਾਂਗੇ, ਧਾਰ ਲੈ ਕੇ ਜਾਣਾ ਮਿੱਠੂ ਸਿਆ ਤੂੰ ਆਪਣਾ ਧਿਆਨ ਰੱਖੀ ਚੱਲ। ਚੰਗਾ। ਬੜਾ ਔਖਾ ਹੋ ਗਿਆ ਯਾਰ, ਰਾਸ਼ਨ ਵੀ ਸਾਰਾ ਮੁੱਕਿਆ ਪਿਆਗਾ। ਲਾਲੇ ਤੋਂ ਕੱਲ ਸਮਾਨ ਤਾਂ ਖੰਡ ਚਾਹ ਤਾਂ ਮੈਂ ਲਿਆਇਆ ਯਾਰ, ਬਾਕੀ ਸਮਾਨ ਤਾਂ ਕੀ ਕਰਾਂਗੇ? ਕਾਹਦੀ ਗੱਲ ਆ ਯਾਰ, ਹੁਣ ਤਾਂ ਕੰਮ ਵੀ ਨਹੀਂ ਰਿਹਾ ਕੋਈ ਕੋਲੇ। ਪਹਿਲਾਂ ਰੋਜ਼ ਕਮਾਉਂਦੇ ਸੀਗੇ, ਰੋਜ਼ ਸੌਖ ਦੀ ਨੀਂਦ ਸੌਂਦੇ ਸੀਗੇ ਯਾਰ। ਚੱਲ ਕੱਲ ਨੂੰ ਦਿਨ ਚੜ ਦਿੰਦੇ, ਦੇਖਦੇ ਕੀ ਕਰਾਂਗੇ। 21 ਦਿਨਾਂ ਦਾ ਤਾਂ ਬਹੁਤ ਔਖਾ ਹੋ ਜੂ ਯਾਰ, 21 ਦਿਨ ਕਿਵੇਂ ਲੰਘਣਗੇ? ਤੇ ਮੈਂ ਮਿੱਠੂ ਪੁੱਤ ਪੈ ਗਿਆ। ਬਾਪੂ ਸਿਰ ਦਾ ਦਰਦ ਕਰੀ ਜਾਂਦਾ ਸੀਗਾ। ਹਾਂ ਭਾਈ ਨੀਲਾ ਸਾ ਘਰੇ ਆ? ਹਾਂਜੀ ਹਾਂਜੀ, ਕਰੀਆਂ ਲੰਘ ਆਓ ਜੀ। ਜਾ ਮਿੱਠੂ ਜਾ ਕੇ ਦੇਖ। ਆਜੋ ਭਾਈ, ਸਰਕਾਰਾਂ ਨੇ ਵਿਹਲੇ ਕਰੀ ਬਾਤੇ ਜੀ। ਸਤਿ ਸ਼੍ਰੀ ਅਕਾਲ। ਅਸੀਂ ਭਾਈ ਲੋਕ ਭਲਾਈ ਸੇਵਾ ਕਲੱਬ ਵੱਲੋਂ ਆਏ ਆ ਗਰੀਬਾਂ ਲਈ ਰਾਸ਼ਨ ਲੈ ਕੇ, ਤੇ ਆਪਣਾ ਰਾਸ਼ਨ ਲੈ ਲਓ। ਧੰਨਵਾਦ ਜੀ। ਹੋਰ ਚਾਹ ਪਾਣੀ ਸੇਵਾ ਦੱਸੋ ਬਸ ਜੀ। ਮਿੱਠੂ ਸਿਆ ਧੰਨਵਾਦ ਜੀ, ਅਸੀਂ ਹੋਰ ਵੀ ਘਰਾਂ 'ਚ ਰਾਸ਼ਨ ਦੇਣਾ ਗਰੀਬਾਂ ਨੂੰ। ਧੰਨਵਾਦ ਜੀ। ਠੀਕ।
ਇਹ ਪੁੱਤ ਰਾਸ਼ਨ ਜਾਂ ਕਾਹਦਾ ਵੰਡਦੇ ਫਿਰਦੇ ਆ? ਬਾਪੂ ਭਾਰਤ ਬੰਦ ਹੋ ਗਿਆ, ਬਿਮਾਰੀ ਆਈ ਹੈ ਇੱਕ, ਅੱਛਾ ਬੰਦੇ ਤੋਂ ਬੰਦੇ ਨੂੰ ਹੋ ਜਾਂਦੀ ਹੈਗੀ। ਸਰਕਾਰ ਕਹਿੰਦੀ ਹੈ ਵੀ ਘਰ ਹੀ ਰਹੋ, ਬਾਹਰ ਨਹੀਂ ਨਿਕਲਣਾ ਕਿਸੇ ਨੇ। ਠੀਕ ਆ, ਨਵੀਆਂ ਤੋਂ ਨਵੀਆਂ ਬਿਮਾਰੀਆਂ ਚੱਲਦੀਆਂ। ਚੱਲ ਤੂੰ ਐ ਕਰ, ਆਪਦੀ ਵੀਰੋ ਭੈਣ ਨੂੰ ਫੋਨ ਕਰ ਦੇ, 4 ਦਿਨ ਘਰੇ ਲਾ ਜੂਗੀ, ਕੰਮ ਧੰਦਾ ਕਰਾ ਜੂਗੀ। ਕਰਦਾ ਬਾਪੂ, ਹੁਣੀ ਕਰ ਦਿੰਦਾ। ਹੈਲੋ ਹੈਲੋ, ਹਾਂਜੀ ਵੀਰੇ। ਹਾਂ ਭੈਣੇ ਵੀਰੋ, ਕੀ ਹਾਲ ਆ? ਵਧੀਆ ਵੀਰੇ, ਤੁਸੀਂ ਦੱਸੋ। ਭੈਣੇ 4 ਦਿਨ ਸਾਡੇ ਕੋਲੇ ਆ ਜਾਂਦੀ, ਨਾਲੇ ਤੇਰੀ ਭਰਜਾਈ ਨੂੰ ਸਾਂਭ ਲੈਂਦੀ 4 ਦਿਨ। ਵੀਰੇ ਦਿਨ ਦਾ ਪਤਾ ਹੀ ਹੈ ਕਿ ਸਾਰਾ ਕੁਝ ਬੰਦ ਕਰਤਾ ਸਰਕਾਰ ਨੇ, ਬੱਸਾਂ ਕਾਰਾਂ ਆਟੋ ਪੁਲਿਸ ਵੀ ਥਾਂ ਤੇ ਖੜੀ ਹੈ। ਮੈਂ ਕਿੱਥੋਂ ਆ ਜਾ ਵੀਰੇ, ਨਹੀਂ ਆ ਜਾਣਾ। ਚੱਲ ਭੈਣੇ ਵੇਖ ਲਈ, ਜਦੋਂ ਮਾਹੌਲ ਥੋੜਾ ਜਿਹਾ ਠੀਕ ਹੋ ਗਿਆ ਉਦੋਂ ਗੇੜਾ ਮਾਰ ਜੀ। ਚੱਲ ਅਸੀਂ ਟਪਾਉਣੇ ਚ ਔਖੇ ਸੌਖੇ 4 ਦਿਨ। ਕੋਈ ਨਾ ਵੀਰੇ, ਜਦੋਂ ਖੁੱਲ੍ਹ ਗਿਆ ਸਾਰਾ ਕੁਝ ਮੈਂ ਆਪੇ ਆ ਜਾਊਂਗੀ। ਠੀਕ ਹੈ ਭੈਣੇ, ਚੰਗਾ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਕਹਿੰਦੀ? ਬਾਪੂ ਤੁਹਾਨੂੰ ਤਾਂ ਪਤਾ ਹੀ ਹੈਗਾ, ਪੁਲਿਸ ਖੜੀ ਹੈ 4 ਚਪੇਰੇ, ਸਾਰਾ ਕੁਝ ਬੰਦ ਕਰਿਆ ਪਿਆ। ਉਹ ਕਹਿੰਦੀ ਹਜੇ ਮੈਥੋਂ ਆਇਆ ਨਹੀਂ ਜਾਣਾ, ਜਿੰਨੇ ਕਿ ਦਿਨ ਮਾਹੌਲ ਥੋੜਾ ਜਿਹਾ ਖਰਾਬ ਹੈਗਾ। ਚਲੋ ਜੋ ਦਾਤੇ ਨੂੰ ਮਨਜ਼ੂਰ। ਚੱਲ ਬਾਪੂ ਤੂੰ ਬੈਠ ਇੱਥੇ ਤੇ ਮੈਂ ਘਰ ਦਾ ਕੰਮ ਕਰ ਲੈ। ਚੰਗਾ। ਹਾਂ ਭਾਈ, ਨੀਲਾ ਸਿੰਘ ਘਰੇ ਹੀ ਆ। ਹਾਂਜੀ ਲਾਲਾ ਜੀ, ਘਰੀ ਆ ਜੀ, ਲੰਘ ਆਓ, ਅਸੀਂ ਕਿੱਥੇ ਜਾਣਾ ਜੀ, ਬੈਠੋ। ਹੋਰ ਲਾਲਾ ਜੀ, ਚਾਹ ਪੀਓਗੇ ਜੀ? ਚਾਹ ਚੂ ਤਾਂ ਛੱਡੋ ਭਾਈ, ਤੁਸੀਂ 15,000 ਰੁਪਇਆ ਲੈ ਕੇ ਆਏ ਸੀ ਕੁੜੀ ਦੇ ਵਿਆਹ ਵੇਲੇ, ਅੱਛਾ ਜੀ, ਤੇ ਉਹ ਹਜੇ ਮੋੜਿਆ ਨਹੀਂ, ਨਾਲੇ ਉੱਤੋਂ ਵਿਆਜ ਪਈ ਜਾਂਦਾ ਭਾਈ ਉਹਦਾ। ਸੇਠ ਜੀ ਥੋੜੇ ਦਿਨ ਹੋਰ ਰੁਕ ਜਾਓ ਜੀ, ਹੁਣ ਤਾਂ ਪਤਾ ਹੀ ਹੈ ਸਾਰੇ ਕੰਮ ਧੰਦੇ ਬੰਦ ਹੋਏ ਪਏ ਆ ਜੀ। ਦੇਖ ਭਾਈ, ਮਿੱਠੂ ਸਿਆਂ 10 ਦਿਨਾਂ ਦਾ ਕਿਹਾ ਸੀਗਾ ਤੂੰ, 10 ਦਿਨ ਹੋ ਗਏ, ਮੈਂ ਤਾਂ ਆਇਆ ਭਾਈ ਪਤਾ ਲੈਣ ਪੈਸਿਆਂ ਦਾ। ਸੇਠ ਜੀ ਬੇਨਤੀ ਵਾਲੀ ਗੱਲ ਹੀ ਹੈ ਜੀ, ਪਤਾ ਕੀ ਆ, ਹੁਣ ਸਾਰੇ ਕੰਮ ਤਾਂ ਬੰਦ ਹੋਏ ਪਏ ਆ, ਕਿਸੇ ਪਾਸੇ ਆਮਦਨ ਤਾਂ ਹੋ ਨਹੀਂ ਰਹੀ। ਉੱਤੋਂ ਘਰ ਵਾਲੀ ਦਾ ਜਾਪਾ ਆ ਗਿਆ ਜੀ, ਬੱਚਾ ਹੋਣ ਵਾਲਾ ਹੈਗਾ, ਉਹਦਾ ਪਤਾ ਨਹੀਂ ਕੀ ਬਣੂਗਾ ਹਜੇ। ਉਹ ਤਾਂ ਮਿੱਠੂ ਸਿਆਂ ਭਾਈ ਠੀਕ ਆ, ਮੈਂ ਤੇਰੀ ਮਜਬੂਰੀ ਸਮਝਦਾ, ਪਰ ਸਾਨੂੰ ਵੀ ਪੈਸਿਆਂ ਦੀ ਲੋੜ ਹੁੰਦੀ ਆ, ਅਸੀਂ ਵੀ ਗਾਹਾਂ ਲੈਣਾ ਦੇਣਾ ਕਰਨਾ ਹੁੰਦਾ। ਚੱਲ ਥੋੜਾ ਕੁ ਟਾਈਮ ਹੋਰ ਦੇ ਦਿਓ ਜੀ, ਸਾਡਾ ਮੁੰਡਾ ਇਹੀ ਇਕੱਲਾ ਕਮਾਉਣ ਵਾਲਾ ਸੀਗਾ, ਬਾਹਰ ਤੁਹਾਨੂੰ ਪਤਾ ਨਿਕਲ ਨਹੀਂ ਦਿੰਦੇ, ਕੰਮ ਕਿਤੇ ਚੱਲਦਾ ਨਹੀਂ ਜੀ। ਬਸ ਸਾਡੀ ਤਾਂ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕਿ ਸਾਨੂੰ ਥੋੜਾ ਜਿਹਾ ਟਾਈਮ ਹੋਰ ਦੇ ਦਿਓ ਜੀ। ਦੇਖ ਭਾਈ ਮਿੱਠੂ ਸਿਆਂ, 1 ਹਫ਼ਤੇ ਦਾ ਟਾਈਮ ਮੈਂ ਤੈਨੂੰ ਹੋਰ ਦੇਣਾ, ਠੀਕ ਹੈ? ਜੇ ਪੈਸੇ ਨਾ ਪਹੁੰਚੇ ਮੇਰੇ, ਫਿਰ ਮੈਂ ਤੇਰੇ ਘਰੇ ਸਰਪੰਚ ਨੂੰ ਲੈ ਕੇ ਆਉਂਗਾ ਭਾਈ, ਫੇਰ ਨਾ ਕਹੀਂ ਮੇਰੇ ਨਾਲ ਮਾੜੀ ਕੀਤੀ, ਠੀਕ ਹੈ ਨਾ? ਰਾਮ ਰਾਮ। ਰਾਮ ਰਾਮ ਸੇਠ। ਬਾਪੂ 1 ਹਫ਼ਤੇ ਤੱਕ ਕਿੱਥੋਂ ਪੈਸਿਆਂ ਦਾ ਹੱਲ ਕਰਾਂਗੇ ਆਪਾਂ ਤਾਂ ਹਜੇ ਬਿਜਲੀ ਦਾ ਬਿੱਲ ਵੀ ਨਹੀਂ ਭਰਿਆਗਾ, ਹੁਣ ਤਾਂ ਉਹ ਵੀ ਮੀਟਰ ਪੱਟਣੀ ਆਉਣਗੇ ਆਪਣਾ। ਚੱਲ ਕੋਈ ਨਹੀਂ ਪੁੱਤ, ਹੋ ਤਾਂ ਔਖਾ ਹੀ ਗਿਆ, ਜੋ ਦਾਤੇ ਨੂੰ ਮਨਜ਼ੂਰ। ਤੂੰ ਸਾਰਾ ਕੁਝ ਛੱਡ, ਪਹਿਲਾਂ ਬਹੂ ਨੂੰ ਡਾਕਟਰ ਕੋਲੇ ਦਿਖਾ ਕੇ ਲਿਆ। ਬਾਪੂ ਕਿੱਥੋਂ ਦਿਖਾ ਲਿਆਵਾਂ, ਪੈਸੇ ਤਾਂ ਹੈ ਨਹੀਂ ਕੋਲੇ ਕੋਈ। ਕੋਈ ਗੱਲ ਨਹੀਂ ਪੁੱਤ, ਮੈਂ 1000 ਰੁਪਿਆ ਨਾ ਔਖੇ ਟਾਈਮ ਵਾਸਤੇ ਸਾਂਭ ਕੇ ਰੱਖਿਆ ਸੀਗਾ, ਤੇ ਤੂੰ ਜਾ ਕੇ ਪਹਿਲਾਂ ਨਾ ਡਾਕਟਰ ਨੂੰ ਦਿਖਾ ਕੇ ਲਿਆ ਬਹੂ ਨੂੰ, ਉਹ ਜ਼ਰੂਰੀ ਆ। ਚੰਗਾ ਬਾਪੂ, ਦਿਖਾ ਆਉਣਾ, ਮੈਂ ਹੁਣੇ ਜਾਣਾ ਫਿਰ। ਹਾਂ ਚੰਗਾ। ਅਸੀਂ ਡਾਕਟਰ ਹਾਂਜੀ ਦੱਸੋ, ਘਰ ਵਾਲੀ ਕੋਲ ਨਾ ਬੱਚਾ ਹੋਣ ਵਾਲਾ ਜੀ, ਉਹਨੂੰ ਦਿਖਾਉਣਾ ਸੀ। ਕੀ ਨਾਮ ਇਹਨਾਂ ਦਾ? ਰਾਣੂ ਕੌਰ ਜੀ। ਮੈਨੂੰ ਟੈਸਟ ਲਿਖ ਕੇ ਤੇ ਰਿਪੋਰਟ ਦੇ ਕੇ ਫਿਰ ਦਵਾਈ ਦੇ ਦਵਾਂਗਾ, ਠੀਕ ਹੈ? ਠੀਕ ਹੈ। ਆ ਟੈਸਟ ਕਰਾ ਲੈਣਾ। ਹਲੋ ਡਾਕਟਰ ਸਾਹਿਬ। ਮਿੱਠੂ ਸਿੰਘ ਆਪਰੇਸ਼ਨ ਕਰਾਉਣਾ ਗੁੱਦਰੇ ਘਰ ਵਾਲੀ ਦਾ। ਅੱਛਾ ਡਾਕਟਰ ਸਾਹਿਬ। ਸਾਡੇ ਕੋਲ ਸਟਾਫ ਦੀ ਕਮੀ ਆ, ਤੁਸੀਂ ਪ੍ਰਾਈਵੇਟ ਹਸਪਤਾਲ 'ਚ ਜਾਓ। ਠੀਕ ਹੈ ਡਾਕਟਰ ਸਾਹਿਬ, ਆਲੂ। ਅਸੀਂ ਡਾਕਟਰ ਸਾਹਿਬ। ਹਾਂਜੀ ਦੱਸੋ। ਘਰ ਵਾਲੀ ਲੈ ਕੇ ਆਈ ਸੀ, ਬੱਚਾ ਹੋਣ ਵਾਲਾ ਜੀ। ਅੱਛਾ ਜੀ, ਆਹ ਉਹਨਾਂ ਦੀ ਰਿਪੋਰਟ ਹੈ ਜੀ। ਲਓ ਦਿਖਾਓ। ਰਿਪੋਰਟ ਤਾਂ ਇਹਨਾਂ ਦੀ ਕਾਫੀ ਸੀਰੀਅਸ ਹੈ ਜੀ, ਅੱਛਾ ਜੀ। ਆਪਰੇਸ਼ਨ ਕਰਨਾ ਪਊਗਾ। ਅੱਛਾ, ਕਿੰਨਾ ਖਰਚਾ ਆਜੂਗਾ ਜੀ? ਖਰਚਾ ਤਾਂ ਜੀ ਲਗਭਗ 30,000 ਰੁਪਏ ਆ ਜਾਊਗਾ। ਅੱਛਾ ਜੀ, ਮੇਰੇ ਕੋਲ ਪੰਜਾਬ ਸਰਕਾਰ ਵਾਲਾ ਕਾਰਡ ਹੈਗਾ, ਉਹ ਚੱਲੂਗਾ ਜੀ? ਨਹੀਂ ਜੀ, ਉਹ ਨਹੀਂ ਚੱਲਣਾ ਆਪਣੇ ਕੋਲ ਇੱਥੇ ਜੀ। ਪਰ 30,000 ਰੁਪਏ ਤਾਂ ਬਹੁਤ ਜ਼ਿਆਦਾ ਜੀ, ਗਰੀਬ ਬੰਦੇ ਨੇ ਪੈਸਾ ਨਾਲ ਕਿੱਥੋਂ ਕਰੂੰਗਾ ਜੀ? ਤੁਸੀਂ ਕੋਈ ਗੱਲ ਨਹੀਂ, 25,000 ਰੁਪਏ ਕਰ ਲਿਓ, ਗਰੀਬ ਬੰਦੇ ਕਰਕੇ ਤੁਹਾਨੂੰ ਘੱਟ ਕਰ ਦੇਂਗੇ ਆਪਾਂ। ਚਲੋ ਠੀਕ ਹੈ ਡਾਕਟਰ ਸਾਹਿਬ, ਤੁਸੀਂ ਇਲਾਜ ਸ਼ੁਰੂ ਕਰੋ ਜੀ, ਮੈਂ ਪੈਸਾ ਹੱਲ ਕਰ ਦੂੰਗਾ। ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਮਿੱਠੂ ਸਿਆਂ ਆਉਂਦਾ ਲੱਗਦਾ ਮੈਨੂੰ, ਮੈਂ ਇਹਨਾਂ ਦੇ ਘਰੇ ਇਹਦੀ ਬੇਇੱਜ਼ਤੀ ਕਰਕੇ ਆਇਆ ਸੀ, ਮੈਨੂੰ ਲੱਗਦਾ ਇਹ ਪੈਸੇ ਮੋੜਨ ਆਇਆ ਹੋਊਗਾ। ਚਲੋ ਸ਼ੁਕਰ ਆ, ਪੈਸੇ ਮੋੜਨ ਤਾਂ ਆਇਆ ਕੋਈ। ਰਾਮ ਰਾਮ ਸੇਠ ਜੀ। ਰਾਮ ਰਾਮ ਭਾਈ ਮਿੱਠੂ ਸਿਆਂ, ਹੋਰ ਠੰਡਾ ਠੁੰਡਾ ਪਈਏ? ਹੋਰ ਠੀਕ ਹੈ? ਸੇਠ ਜੀ ਠੀਕ ਤਾਂ ਕਾਹਦੇ ਆ ਜੀ, ਮੈਂ ਤਾਂ ਕੰਮ ਆਏ ਤੁਹਾਡੇ ਕੋਲ ਜੀ। ਦੱਸੋ ਭਾਈ।
ਤੇਰੇ ਘਰ ਵਾਲੀ ਦਾਖਲਾ ਹੈ ਜੀ ਹਸਪਤਾਲ 'ਚ। ਅੱਛਾ। ਡਾਕਟਰ ਕਹਿੰਦਾ 25000 ਰੁਪਏ ਲੱਗੂ, ਮੈਨੂੰ ਤਾਂ 25000 ਰੁਪਏ ਚਾਹੀਦਾ ਸੀਗਾ ਜੀ। ਭਾਈ ਪਹਿਲਾਂ ਵਾਲੇ ਤਾਂ ਪੈਸੇ ਤਾਂ ਇੱਥੋਂ ਮੋੜੇ ਨਹੀਂ ਗਏ, ਹੁਣ ਆ ਮੇਰਾ 25000 ਤੂੰ ਕਿੱਥੋਂ ਮੋੜ ਦੇਂਗਾ? ਸੇਠ ਜੀ ਮਜਬੂਰੀ ਆ ਗਈ ਜੀ, ਬੇਨਤੀ ਹੈ ਜੀ, ਹੱਥ ਜੋੜ ਕੇ ਬੇਨਤੀ ਹੈ ਜੀ। ਮਜਬੂਰੀ ਭਾਈ ਕੋਈ ਨਹੀਂ, ਪਹਿਲਾਂ ਵਾਲੇ ਪੈਸੇ ਤੂੰ ਮੋੜੇ ਨਹੀਂ, ਮੁੜਨੇ ਤੇ ਇੱਥੋਂ ਇਹ ਵੀ ਨਹੀਂ, ਪੈਸੇ ਨਹੀਂ ਮਿਲਦੇ ਭਾਈ, ਜਾ ਇੱਥੋਂ। ਸੇਠ ਜੀ ਬੇਨਤੀ ਵਾਲੀ ਗੱਲ ਹੀ ਆ, ਦੇਖ ਲਓ ਜੀ। ਨਾ ਭਾਈ ਜਾ, ਇੱਥੇ ਪੈਸੇ ਕੀ ਝਾੜਾਂ ਨੂੰ ਲੱਗਦੇ ਆ? ਕਮਾਲ ਕਰਦੇ ਹੋ ਭਾਈ ਤੁਸੀਂ। ਸਰਦਾਰ ਜੀ ਹਾਂ ਮਿੱਠੂ ਕਿਵੇਂ? ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ੍ਰੀ ਅਕਾਲ। ਸਰਦਾਰ ਜੀ ਕੰਮ ਆਇਆ ਸੀਗਾ ਤੁਹਾਡੇ ਕੋਲੇ। ਦੱਸੋ। ਥੋੜੀ ਪੈਸੇ ਦੀ ਜ਼ਰੂਰਤ ਸੀਗੀ, ਜ਼ਰੂਰੀ ਹੈ ਜੀ। ਮੈਂ ਤੁਹਾਡੇ ਨਾਲ ਕੰਮ ਕਰਕੇ ਸਾਰੇ ਪੈਸੇ ਲਾ ਦੂੰਗਾ ਜੀ। ਨਾ ਭਾਈ ਮਿੱਠੂ, ਪੈਸੇ ਕਿੰਨੇ ਤਾਂ ਪਹਿਲੀ ਬਹੁਤ ਹੱਥ ਤੰਗ ਹੈ, ਉਸ ਮਕਾਨ ਤੇ ਲਾ ਬੈਠੇ। ਕਿਵੇਂ ਮਰਜ਼ੀ ਕਰੋ ਸਰਦਾਰ ਜੀ, ਬਾਹਲਾ ਜ਼ਰੂਰੀ ਹੈ ਜੀ। ਹੁਣ ਤਾਂ ਹਾੜੀ ਮੰਗਰੂ ਹੂ, ਹੁਣ ਕੋਈ ਹੱਲ ਨਹੀਂਗਾ। ਸਰਦਾਰ ਜੀ ਮਿਹਨਤ ਵਾਲੀ ਗੱਲ ਹੀ ਹੈ ਜੀ, ਦੇਖ ਲੈਂਦੇ ਜੀ। ਜੇ ਹੁੰਦੇ ਮਿੱਠੂ ਮੈਂ ਤੈਨੂੰ ਜਵਾਬ ਹੀ ਨਹੀਂ ਦਿੰਦਾ ਸੀ, ਹੁਣ ਕੋਈ ਹੱਲ ਨਹੀਂਗਾ। ਠੀਕ ਹੈ ਸਰਦਾਰ ਜੀ, ਸਤਿ ਸ਼੍ਰੀ ਅਕਾਲ। ਕੀ ਗੱਲ ਹੋ ਗਈ ਮਿੱਠੂ ਪੁੱਤ, ਬੜਾ ਦਾਜ ਜਾ ਕੇ ਬਹਿ ਗਿਆ? ਬਾਪੂ ਪੈਸਿਆਂ ਦਾ ਹੱਲ ਨਹੀਂ ਹੋਇਆ ਕਿਤੋਂ। ਮੈਂ ਤਾਂ ਸਰਦਾਰ ਕੋਲੇ ਵੀ ਜਾਇਆ ਸੀਗਾ, ਬਾਣੀਆਂ ਦੀਆਂ ਮਿਹਨਤਾਂ ਕਰ ਲਈਆਂ, ਕਿਤੋਂ ਨਹੀਂ ਹੱਲ ਹੋਇਆ ਪੈਸਿਆਂ ਦਾ ਬਾਪੂ। ਕਿੰਨੇ ਰੁਪਏ ਚਾਹੀਦੇ ਆ? 25000 ਰੁਪਏ ਚਾਹੀਦਾ ਬਾਪੂ। ਡਾਕਟਰ ਕਹਿੰਦਾ ਪਹਿਲਾਂ 25000 ਰੁਪਏ ਜਮ੍ਹਾਂ ਕਰਾਓ, ਕਹਿੰਦਾ ਫਿਰ ਆਪਰੇਸ਼ਨ ਕਰਨ ਲੱਗੂਗਾ। ਯਾਰ 25000 ਤਾਂ ਬਹੁਤ ਮੰਗ ਲਿਆ ਡਾਕਟਰ ਨੇ, ਇੰਨੇ ਰੁਪਈਆਂ ਦਾ ਕਿੱਥੋਂ ਹੱਲ ਕਰਾਂਗੇ? ਕਿਉਂ ਨਾ ਮਿੱਠੂ ਪੁੱਤ ਆਪਾਂ ਮੱਝ ਤੇ ਕੱਟੀ ਵੇਚ ਦਈਏ? ਨਾ ਬਾਪੂ, ਇਹਦਾ ਆਪਣੇ ਚਾਹ ਪੀਣ ਦਾ ਸਹਾਰਾ ਹੈਗਾ। 50000 ਦੀ ਆ, ਨਾਲੇ ਹੁਣ ਆਪਾਂ ਨੂੰ ਕਿਹਨੇ ਕੀ ਦੇਣਾ ਇਹਦਾ, ਆਪਾਂ ਨੂੰ ਦੱਸ। ਕੋਈ ਨਹੀਂ ਪੁੱਤ, ਅਗਲੀ ਵਾਰ ਫੇਰ ਲੈ ਲਾਂਗੇ, ਅਗਲੇ ਸਾਲ ਫੇਰ ਲੈ ਲਾਂਗੇ, ਏਡੀ ਕੀ ਗੱਲ ਹੈਗੀ? ਹੁਣ ਬਿਪਤਾ ਪਈ ਹੋਈ ਹੈਗੀ, ਹੁਣ ਆਪਾਂ ਨੂੰ ਪੈਸਿਆਂ ਦੀ ਲੋੜ ਹੈਗੀ, ਕੁਝ ਨਹੀਂ ਹੁੰਦਾ, ਤੂੰ ਵੇਚ ਦੇ ਪਰੇ। ਚੱਲ ਬਾਪੂ, ਮੈਂ ਵਪਾਰੀ ਕੋਲੇ ਜਾ ਕੇ ਆਉਣਾ, ਆਪਣੇ ਪਿੰਡ ਵਾਲੇ ਕੋਲੇ। ਹਾਂ ਜਾ ਪਤਾ ਕਰਕੇ ਆ ਜਾ ਕੇ। ਡਾਕਟਰ ਸਾਹਿਬ ਕਿਵੇਂ ਹੋਇਆ ਆਪਰੇਸ਼ਨ ਜੀ? ਮਿੱਠੂ ਸਿੰਘ ਜੀ, ਤੁਸੀਂ ਪੈਸੇ ਲਿਆਉਣ ਵਿੱਚ ਦੇਰੀ ਕਰ ਦਿੱਤੀ ਹੈ ਥੋੜੀ, ਇਸ ਕਰਕੇ ਅਸੀਂ ਬੱਚੇ ਨੂੰ ਤੇ ਬੱਚੇ ਦੀ ਮਾਂ ਨੂੰ ਬਚਾ ਨਹੀਂ ਸਕੇ। ਕੋਈ ਗੱਲ ਨਹੀਂ ਮਿੱਠੂ ਸਿੰਘ, ਹੁਣ ਗੱਲ ਛੱਡੀ ਹੁੰਦਾ। ਡਾਕਟਰ ਸਾਹਿਬ ਮੇਰਾ ਕੀ ਰਿਹਾ ਹੁਣ ਇੱਥੇ, ਇਹਨਾਂ ਨਾਲ ਹੀ ਮੇਰਾ ਜਹਾਨ ਸੀਗਾ। ਕੋਈ ਗੱਲ ਨਹੀਂ। ਹਾਂ ਮਿੱਠੂ ਪੁੱਤ, ਆਪਰੇਸ਼ਨ ਠੀਕ ਹੋ ਗਿਆ? ਉਹ ਕੀ ਹੋ ਗਿਆ, ਤੂੰ ਡਿੱਗ ਕਿਉਂ ਪਿਆ? ਕੀ ਹੋ ਗਿਆ? ਉਹ ਕੀ ਹੋ ਗਿਆ, ਤੂੰ ਗੱਲ ਤਾਂ ਦੱਸ। ਬਾਪੂ ਮੈਨੂੰ ਮਾਫ ਕਰ ਦੇ। ਉਹ ਕੀ ਹੋ ਗਿਆ ਤੈਨੂੰ, ਤੂੰ ਗੱਲ ਤਾਂ ਦੱਸ ਓਏ। ਮੇਰੀ ਨੂਣ ਦੇ ਬੱਚੇ ਨੂੰ ਬਚਾ ਨਹੀਂ ਸਕਿਆ ਬਾਪੂ। ਓਏ ਪੁੱਤਰਾ, ਓਏ ਆ ਤਾਂ ਚੰਦਰੀ ਗਰੀਬੀ ਨੇ ਮੇਰਾ ਘਰ ਪੱਟ ਕੇ ਧਰਤਾ ਓਏ। ਇਹੋ ਜੀ ਗਰੀਬੀ ਤੇ ਆ ਬਿਮਾਰੀ ਤਾਂ ਕਿਸੇ ਦੁਸ਼ਮਣ ਨੂੰ ਵੀ ਨਾ ਦਈ ਓਏ। ਤੈਨੂੰ ਪਤਾ ਗਰੀਬੀ ਦਾ ਲੱਗ ਜਾਂਦਾ, ਮੇਰੇ ਵਾਂਗੂ ਜੇ ਤੂੰ ਮਜ਼ਦੂਰ ਹੁੰਦਾ, ਕਰਦਾ ਕੋਈ ਨਾ ਤਰਸ ਤੇਰੇ ਹਾਲ ਤੇ, ਟਕੇ ਟਕੇ ਦੇ ਲਈ ਮਜਬੂਰ ਹੁੰਦਾ।